ਸਵਾਗਤ ਹੈ ਜੀ ਤੁਹਾਡਾ ਟੀਚਰ ਚੈਨਲ ਵਿੱਚ। ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ETT ਸੈਕੰਡ ਪੇਪਰ ਦੀ ਪ੍ਰੈਪਰੇਸ਼ਨ ਦੇ ਵਾਸਤੇ MCQ ਲੜੀ ਸ਼ੁਰੂ ਕੀਤੀ ਹੋਈ ਸੀਗੀ ਤੇ ਅਸੀਂ ਜਿਹੜੇ ਆ 100 MCQ ਕਵਰ ਕਰ ਚੁੱਕੇ ਹਾਂ। ਪਿਛਲੀ ਵੀਡੀਓਜ਼ ਦੇ ਵਿੱਚ ਦੇਖ ਲੈਣਾ ਤੇ ਉਹਦੇ ਅੰਡਰ ਅਸੀਂ ਇੱਕ ਚੈਪਟਰ ਵੀ ਕੰਪਲੀਟ ਕਰ ਚੁੱਕੇ ਹਾਂ ਇਕਨੋਮਿਕਸ ਦਾ। ਠੀਕ ਹੈ, ਸਾਡੇ ਜਿਹੜੇ ਬੇਸਿਕ ਕਨਸੈਪਟਸ ਹੈ ਉਹਦੇ ਵਿੱਚ ਅਸੀਂ ਕਵਰ ਕਰ ਲਿਆ ਵਿਦ MCQ। ਠੀਕ ਹੈ, ਔਰ ਅੱਜ ਅਸੀਂ ਫਿਰ ਲੜੀ ਅੱਗੇ ਸ਼ੁਰੂ ਕਰਾਂਗੇ ਔਰ ਇਹਦੇ ਨਾਲ ਹੀ ਅਸੀਂ ਸੈਕੰਡ ਚੈਪਟਰ ਜਿਹੜਾ ਕਿ ਸਾਡਾ ਭਾਰਤੀ ਅਰਥਵਿਵਸਥਾ ਦੀ ਆਧਾਰਿਕ ਸੰਰਚਨਾ ਮਤਲਬ ਇੰਡੀਅਨ ਇਨਫਰਾਸਟਰਕਚਰ, ਠੀਕ ਹੈ, ਜਿਹੜਾ ਸਾਡਾ ਇੰਡੀਆ ਦਾ ਇਨਫਰਾਸਟਰਕਚਰ ਆ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਵਿਦ MCQ। ਠੀਕ ਹੈ, MCQ ਦੇ ਨਾਲ ਨਾਲ ਆਪਾਂ ਡਿਸਕਸ ਵੀ ਕਰੀ ਜਾਵਾਂਗੇ, ਸਾਡੀਆਂ ਦੋਨੋਂ ਚੀਜ਼ਾਂ ਕੰਪਲੀਟ ਹੋ ਜਾਣਗੀਆਂ। ਠੀਕ ਹੈ, ਚੈਪਟਰ ਇਹ ਬਹੁਤ ਵੱਡਾ ਆ। ਠੀਕ ਹੈ, ਇਹਦੇ ਵਿੱਚੋਂ ਬਹੁਤ MCQ ਨਿਕਲ ਰਹੇ ਨੇ ਔਰ ਇਸ ਕਰਕੇ ਮੈਂ ਇਹਨੂੰ ਪਾਰਟਸ 'ਚ ਬਣਾਇਆ ਹੈ। ਠੀਕ ਹੈ, ਚਲੋ ਕਰਦੇ ਹਾਂ ਅੱਜ ਦਾ ਪਹਿਲਾ ਕੁਐਸਚਨ ਤੇ ਲੜੀ ਦਾ 101 ਪ੍ਰਸ਼ਨ। ਕਿਸੇ ਅਰਥਵਿਵਸਥਾ ਦੇ ਪੂੰਜੀ ਸਟਾਕ ਦਾ ਉਹ ਹਿੱਸਾ ਜੋ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਤੋਂ ਜ਼ਰੂਰੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਕਿਹਾ ਜਾਂਦਾ ਹੈ ਆਧਾਰਿਕ ਸੰਰਚਨਾ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਆਧਾਰਿਕ ਸੰਰਚਨਾ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਕਨਸੈਪਟ ਆ। ਠੀਕ ਹੈ, ਪੂੰਜੀ ਸਟਾਕ ਦਾ ਉਹ ਹਿੱਸਾ ਮਤਲਬ ਉਹ ਹਿੱਸਾ ਜਿਹੜਾ ਕਿ ਸਾਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਤੋਂ ਜ਼ਰੂਰੀ ਆ। ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਇਕੋਨਮੀ ਦੇ ਵਿੱਚ ਇਹ ਇਨਫਰਾਸਟਰਕਚਰ ਜਿਹੜਾ ਹੈ ਇਹ ਇੰਪੋਰਟੈਂਟ ਰੋਲ ਪਲੇ ਕਰਦਾ। ਇਸ ਤੋਂ ਬਿਨਾਂ ਆਰਥਿਕ ਵਿਕਾਸ ਹੋ ਹੀ ਨਹੀਂ ਸਕਦਾ। ਠੀਕ ਹੈ ਜੀ, ਅਗਲਾ ਕੁਐਸਚਨ ਹੈ 102। ਸਿੱਖਿਆ ਸੰਬੰਧੀ ਸਿਹਤ ਸੇਵਾਵਾਂ ਅਤੇ ਯਾਤਾਯਾਤ ਨਾਲ ਸੰਬੰਧਿਤ ਸੇਵਾਵਾਂ ਕਿਹੜੀਆਂ ਸੇਵਾਵਾਂ ਹਨ? ਠੀਕ ਹੈ, ਹੁਣ ਜਿਹੜੀਆਂ ਇਹ ਸੇਵਾਵਾਂ ਨੇ ਨਾ, ਜਿਹੜੀਆਂ ਜਿਹੜੀਆਂ ਇਕੋਨਮੀ ਦੇ ਵਿੱਚ ਪਬਲਿਕ ਨੂੰ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ, ਇਹ ਸੇਵਾਵਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਹੁਣ ਪਹਿਲੀ ਟਾਈਪ ਆਪਾਂ ਪੜ੍ਹਦੇ ਹਾਂ, ਕੀ ਹੈ? ਸਿੱਖਿਆ ਸੰਬੰਧੀ ਸੇਵਾਵਾਂ, ਸਿਹਤ ਸੰਬੰਧੀ ਸੇਵਾਵਾਂ ਅਤੇ ਯਾਤਾਯਾਤ ਨਾਲ ਸੰਬੰਧਿਤ ਸੇਵਾਵਾਂ ਜਿਹੜੀਆਂ ਉਹ ਕਿਹੜੀਆਂ ਨੇ? ਪੂੰਜੀ ਉਪਭੋਗਤਾ ਸੇਵਾਵਾਂ ਨੇ। ਠੀਕ ਹੈ ਨਾ, ਠੀਕ ਹੈ, ਕੰਜ਼ੰਪਸ਼ਨ ਦੇ ਨਾਲ ਸੰਬੰਧਿਤ ਆ ਸਰਵਿਸਿਜ਼। ਠੀਕ ਹੈ ਜੀ, ਸਿੱਖਿਆ, ਸਿਹਤ ਹੋ ਗਈ, ਯਾਤਾਯਾਤ ਨਾਲ ਸੰਬੰਧਿਤ। ਠੀਕ ਹੈ ਜੀ, ਅਗਲਾ ਕੁਐਸਚਨ ਹੈ ਕਾਰਖਾਨਿਆਂ ਤੋਂ ਬਾਜ਼ਾਰ। ਇਹ ਧਿਆਨ ਨਾਲ ਦੇਖ ਲੈਣਾ। ਠੀਕ ਹੈ, ਹੁਣ ਤੁਹਾਨੂੰ ਉੱਪਰਲਾ ਕਲੀਅਰ ਹੋ ਜਾਏਗਾ। ਕੀ ਹੈ? ਕਾਰਖਾਨਿਆਂ ਤੋਂ ਬਾਜ਼ਾਰ ਤੱਕ ਢੋਆ ਢੁਆਈ ਦੀਆਂ ਸੇਵਾਵਾਂ, ਮਸ਼ੀਨ ਚਲਾਉਣ ਲਈ ਬਿਜਲੀ, ਖੇਤਾਂ ਨੂੰ ਪਾਣੀ ਦੇਣ ਲਈ ਸਿੰਚਾਈ, ਮਜ਼ਦੂਰਾਂ ਦੀ ਕੁਸ਼ਲਤਾ ਵਧਾਉਣ ਲਈ ਸਿੱਖਿਆ ਅਤੇ ਸਿਹਤ ਨਾਲ ਸੰਬੰਧਿਤ ਸੇਵਾਵਾਂ ਕਿਹੜੀਆਂ ਸੇਵਾਵਾਂ ਹਨ? ਦੇਖੋ ਹੁਣ ਆ ਤੁਸੀਂ ਨੋਟ ਕੀਤਾ ਹੋਵੇ। ਦੇਖੋ ਕਾਰਖਾਨਿਆਂ ਦੀ ਤੋਂ ਬਾਜ਼ਾਰ ਤੱਕ ਢੋਆ ਢੁਆਈ ਲਈ ਸਾਨੂੰ ਕੀ ਜ਼ਰੂਰੀ ਆ? ਵਧੀਆ ਸੜਕਾਂ ਬਣੀਆਂ ਹੋਣ ਤਾਂ ਕਿ ਢੋਆ ਢੁਆਈ ਆਸਾਨੀ ਨਾਲ ਹੋਵੇ, ਵਧੀਆ ਜਿਹੜੇ ਆਵਾਜਾਈ ਦੇ ਸਾਧਨ ਆ ਉਹ ਪ੍ਰੋਵਾਈਡ ਹੋਣ। ਠੀਕ ਹੈ ਨਾ, ਫੈਕਟਰੀਜ਼ ਨੂੰ ਇੱਧਰੋਂ ਉੱਧਰੋਂ ਜਾਣ ਦੇ ਲਈ ਪ੍ਰੋਬਲਮ ਨਾ ਹੋਵੇ। ਠੀਕ ਹੈ, ਫਿਰ ਮਸ਼ੀਨਾਂ ਚਲਾਉਣ ਲਈ ਬਿਜਲੀ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਖੇਤਾਂ ਵਿੱਚ ਜੇ ਕੋਈ ਖੇਤੀ ਕਰ ਰਿਹਾ ਹੈ ਨਾ, ਕਿਸਾਨ ਖੇਤੀ ਕਰ ਰਿਹਾ ਤਾਂ ਉਹਨਾਂ ਨੂੰ ਸਿੰਚਾਈ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਆ। ਮਜ਼ਦੂਰਾਂ ਦੀ ਕੁਸ਼ਲਤਾ ਵਧਾਉਣ ਲਈ, ਅਗਰ ਮਜ਼ਦੂਰਾਂ ਨੂੰ ਨਹੀਂ ਕਿਸੇ ਟੈਕਨੋਲੋਜੀ ਦਾ ਪਤਾ ਤਾਂ ਉਹਨਾਂ ਨੂੰ ਐਜੂਕੇਟ ਕਰਨ ਦੇ ਲਈ ਵੀ ਪ੍ਰਬੰਧ ਹੋਣਾ ਚਾਹੀਦਾ। ਉਹਨਾਂ ਦੀ ਸਿਹਤ ਨਾਲ ਸੰਬੰਧਿਤ ਵੀ ਸਾਰੀਆਂ ਸੇਵਾਵਾਂ ਹੋਣੀਆਂ ਚਾਹੀਦੀਆਂ। ਇਹ ਸਾਰੀਆਂ ਸੇਵਾਵਾਂ ਕੀ ਨੇ? ਇਹ ਕੀ ਨੇ? ਉਤਪਾਦਕ ਸੇਵਾਵਾਂ ਜਾਂ ਇਨਪੁਟ, ਮਤਲਬ ਪ੍ਰੋਡਿਊਸਰ ਸਰਵਿਸਿਜ਼ ਔਰ ਇਨਪੁਟ, ਮਤਲਬ ਜਿਹੜੀਆਂ ਕਿ ਪ੍ਰੋਡਕਸ਼ਨ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰ ਰਹੀਆਂ ਨੇ। ਦੇਖੋ ਕਾਰਖਾਨਿਆਂ ਤੋਂ ਬਾਜ਼ਾਰ ਤੱਕ ਢੋਆ ਢੁਆਈ ਆਸਾਨ ਹੋਵੇਗੀ ਤਾਂ ਪ੍ਰੋਡਕਸ਼ਨ 'ਤੇ ਬਹੁਤ ਫਰਕ ਪਵੇਗਾ। ਕੱਚਾ ਮਾਲ ਜਲਦੀ ਮਿਲੇਗਾ, ਪ੍ਰੋਡਕਸ਼ਨ ਜਲਦੀ ਹੋਵੇਗੀ। ਠੀਕ ਹੈ ਨਾ, ਮਜ਼ਦੂਰ ਪੜ੍ਹੇ ਲਿਖੇ ਹੋਣਗੇ, ਟੈਕਨੋਲੋਜੀ ਜ਼ਿਆਦਾ ਵਧੀਆ ਤਰੀਕੇ ਨਾਲ ਯੂਜ਼ ਹੋਵੇਗੀ। ਟੈਕਨੋਲੋਜੀ ਵਧੀਆ ਯੂਜ਼ ਹੋਵੇਗੀ ਤਾਂ ਪ੍ਰੋਡਕਸ਼ਨ ਇਨਕਰੀਜ਼ ਹੋਵੇਗੀ। ਮਤਲਬ ਇਹ ਸਾਰੇ ਪੁਆਇੰਟ ਜਿਹੜੇ ਨੇ ਕੀ ਕਰਦੇ ਨੇ? ਉਤਪਾਦਨ ਨੂੰ ਵਧਾਉਂਦੇ ਨੇ। ਇਸ ਕਰਕੇ ਕਿਹੜੀਆਂ ਸੇਵਾਵਾਂ ਨੇ? ਉਤਪਾਦਕ ਸੇਵਾਵਾਂ ਜਾਂ ਇਨਪੁਟ। ਠੀਕ ਹੈ, ਪ੍ਰੋਡਿਊਸਰ ਸਰਵਿਸਿਜ਼ ਔਰ ਇਨਪੁਟ। ਠੀਕ ਹੈ, ਚਲੋ ਜੀ, ਹੁਣ ਉੱਪਰਲਾ ਕਲੀਅਰ ਹੋ ਗਿਆ ਨਾ ਕਿ ਉੱਪਰਲਾ ਕੀ ਹੈ? ਇਹ ਕੰਜ਼ੰਪਸ਼ਨ ਦੇ ਨਾਲ ਰਿਲੇਟਡ ਆ। ਠੀਕ ਹੈ, ਅਗਲਾ ਕੁਐਸਚਨ ਦੇਖੋ 104 ਨੰਬਰ। ਪੂੰਜੀ ਸਟਾਕ ਕਿੰਨੇ ਤਰ੍ਹਾਂ ਦਾ ਹੁੰਦਾ ਹੈ? ਹੁਣ ਉੱਪਰ ਆਪਾਂ ਗੱਲ ਕੀਤੀ ਸੀ ਪੂੰਜੀ ਸਟਾਕ। ਪੂੰਜੀ ਸਟਾਕ ਕਿੰਨੇ ਤਰ੍ਹਾਂ ਦਾ ਹੁੰਦਾ ਹੈ? ਦੋ ਤਰ੍ਹਾਂ ਦਾ। ਕਿੰਨੇ ਤਰ੍ਹਾਂ ਦਾ ਹੁੰਦਾ ਹੈ? ਦੋ ਤਰ੍ਹਾਂ ਦਾ ਪੂੰਜੀ ਸਟਾਕ ਹੁੰਦਾ। ਕਿਹੜਾ? ਦੇਖੋ, ਇੱਕ ਤਾਂ ਜਿਹੜਾ ਫੈਕਟਰੀਆਂ ਤੇ ਮਸ਼ੀਨਾਂ ਤੇ ਕੀਤਾ ਜਾਂਦਾ, ਇੱਕ ਹੈਗਾ ਵਾ ਸੜਕਾਂ, ਬਿਜਲੀ ਘਰ, ਨਹਿਰਾਂ, ਹਸਪਤਾਲ ਅਤੇ ਉਤਪਾਦਨ ਲਾਗਤ। ਠੀਕ ਹੈ ਜੀ, ਇਹ ਦੋ ਤਰ੍ਹਾਂ ਦੇ ਆ। ਹੁਣ ਇੱਕ ਤਾਂ ਵਸਤੂਆਂ ਦੇ ਉਤਪਾਦਨ ਲਈ ਕੀਤਾ ਜਾਂਦਾ ਹੈ, ਇੱਕ ਸੇਵਾਵਾਂ ਦੇ ਉਤਪਾਦਨ ਲਈ ਕੀਤਾ ਜਾਂਦਾ। ਠੀਕ ਹੈ ਨਾ, ਤੁਹਾਨੂੰ ਪਤਾ ਕਿ ਸੇਵਾਵਾਂ ਅਦ੍ਰਿਸ਼ਟ ਹੁੰਦੀਆਂ। ਠੀਕ ਹੈ ਨਾ, ਮਤਲਬ ਦੇਖੀਆਂ ਨਹੀਂ ਜਾ ਸਕਦੀਆਂ। ਠੀਕ ਹੈ ਨਾ, ਹੁਣ ਫੈਕਟਰੀਆਂ ਤੇ ਮਸ਼ੀਨਾਂ ਦਾ ਉਤਪਾਦਨ ਵਾਸਤੇ ਇੱਕ ਸਟਾਕ ਹੁੰਦਾ, ਇੱਕ ਹੁੰਦਾ ਵੀ ਸੜਕਾਂ, ਬਿਜਲੀ ਘਰ, ਸ਼ਹਿਰ, ਨਹਿਰਾਂ, ਹਸਪਤਾਲ ਤੇ ਉਤਪਾਦਨ ਲਾਗਤ। ਠੀਕ ਹੈ, ਇਹ ਦੋਨੋਂ ਤੁਸੀਂ ਯਾਦ ਕਰ ਲੈਣੇ ਕਿ ਇੱਥੋਂ ਆ ਸ਼ਾਰਟਕਟ ਵੀ ਯਾਦ ਕਰ ਸਕਦੇ ਹਾਂ। ਇੱਕ ਹੁੰਦਾ ਵਸਤੂਆਂ ਦੇ ਉਤਪਾਦਨ ਲਈ ਤੇ ਇੱਕ ਹੁੰਦਾ ਸੇਵਾਵਾਂ ਦੇ ਉਤਪਾਦਨ ਲਈ। ਠੀਕ ਹੈ ਜੀ, ਚਲੋ ਜੀ ਅੱਗੇ ਆਰਥਿਕ। ਹਾਂ, ਇਹ ਇੰਪੋਰਟੈਂਟ ਹੈ। ਦੇਖੋ ਕੀ ਹੈ?
ਆਰਥਿਕ 105 ਨੰਬਰ ਪ੍ਰਸ਼ਨ ਦੇਖੋ, ਆਰਥਿਕ ਵਿਕਾਸ ਦੀ ਆਰੰਭਿਕ ਦਿਸ਼ਾ ਹੈ ਕੀ ਹੈ? ਆਰੰਭਿਕ ਦਿਸ਼ਾ ਕੀ ਹੈ? ਆਧਾਰਿਕ ਸੰਰਚਨਾ, ਸਾਡਾ ਇਨਫਰਾਸਟ੍ਰਕਚਰ ਜਿਹੜਾ ਹੈ ਇੰਪੋਰਟੈਂਟ ਆ। ਆਰਥਿਕ ਕੋਈ ਵੀ ਇਕੋਨਮੀ 'ਚ ਮਤਲਬ ਜਿਹੜੀ ਡਿਵੈਲਪਮੈਂਟ ਹੁੰਦੀ ਆ ਇਕੋਨਮੀ ਦੇ ਵਿੱਚ, ਉਹ ਕੀ ਆ? ਇਨਫਰਾਸਟ੍ਰਕਚਰ ਦੇ ਉੱਤੇ ਡਿਪੈਂਡ ਕਰਦੀ ਪੂਰੀ ਤਰ੍ਹਾਂ। ਇਹ ਸਟਾਰਟਿੰਗ ਪੁਆਇੰਟ ਆ ਟਰਨ, ਠੀਕ ਹੈ, ਇਹ ਕੀ ਆ? ਸਟਾਰਟਿੰਗ ਪੁਆਇੰਟ ਆ। अच्छा इंफ्रास्ट्रक्चर होगा तो देश की है ज़्यादा तरक्की करेगा, क्योंकि आर्थिक विकास ज़्यादा होएगा। ठीक है, इंफ्रास्ट्रक्चर दे विच सब कुछ ही आ जाता, आवाजाही आ जाती, बिजली आ जाती, संचाई आ जाती आ, फिर साडी बैंकिंग सिस्टम आ जाता, साडियां वित्तीय संस्थावां आ जांदियां, इहदे विच बहुत कुछ आ जाता है। ये जिहड़ियां देखण नूं तां लगदा कि छोटे छोटे मतलब हैगे आ पक्ष, बट ये की ने एक मतलब उत्पादन क्रिया विच बहुत वड्डा रोल जिहड़ा प्ले करदे ने। ठीक है, साडा अगला क्वेश्चन है 106 नंबर, आधारिक संरचना का उचित मात्रा विच होना। देखो ऑप्शनस देखो की ने, ऑप्शन ए निवेश का आधार, ऑप्शन बी गरीबी का आधार, ऑप्शन सी विकास का आधार, ऑप्शन डी कोई नहीं। देखो जिहड़ी आधारिक संरचना है उचित मात्रा विच होवेगी तो की होवेगा? विकास का आधार है ये। ठीक है, बेस ऑफ डेवलपमेंट। ठीक है ना, एक ही जिहड़ी साडी डेवलपमेंट हुंदी है इकोनॉमी के अंडर, उहदा की है बेस आ। ठीक है, अगला क्वेश्चन देखो 107 नंबर, आधारिक संरचना की घाट जां थोड़ी मात्रा विच होना। ठीक है, जब घाट हो जाना या फिर बिल्कुल थोड़ी मात्रा विच होना, की मतलब है इसका? देखो की है, ऑप्शन ए है खुशहाली होना, ऑप्शन बी है मंदी होना, ऑप्शन सी है वड्डी रुकावट, ऑप्शन डी है उपरोक्त सारे। ठीक है जी, ऑप्शन बी कट दो। ठीक है, बाय मिसटेक एक ही चीज़ हो जाती है फिर। ठीक है, हुण 3 ऑप्शन ही देखो। ठीक है, पहला है खुशहाली होना, वड्डी रुकावट, या फिर दोनों ही। देखो किहड़ा ऑप्शन आएगा इन्हां दोनों दे तिन्नां दे विच्चों की आएगा? आधारिक संरचना की घाट आ तां इह की है? अर्थव्यवस्था विच वड्डी रुकावट आ। ठीक है, की है? वड्डी रुकावट आ। अगर इन देश किसी भी देश का किसी भी इकोनॉमी के अंडर जिहड़ा आ इंफ्रास्ट्रक्चर अच्छा नहीं आ, उहदी घाट आ, उहदी थुड़ आ, तां ओह की आ? वड्डी रुकावट आ इकोनॉमिक डेवलपमेंट के अंडर। ठीक है, अगला क्वेश्चन देखो 108 कि ने डैश अनुसार विकास ਅਤੇ आधारिक संरचना का प्रतੱਖ ਅਤੇ अनुपातिक संबंध ਹੁੰਦਾ है। ठीक है, देखो ਹੁਣ ਇਹਨਾਂ ਜਿਹੜੀ ਕਨਸੈਪਟਸ ਹੁੰਦੇ ਨੇ ਇਹਨੂੰ ਜਿਹੜੇ ਵਿਸ਼ਵ ਬੈਂਕ ਹੋ ਗਿਆ, ਵਿਸ਼ਵ ਵਿਕਾਸ ਰਿਪੋਰਟ ਹੋ ਗਈ, ਪਿੰਡੂ ਵਿਕਾਸ ਸੰਗਠਨ ਹੋ ਗਿਆ, ਜਾਂ ਹੋਰ ਅਥਾਰਟੀਜ਼ ਹੋ ਗਈਆਂ, ਸੰਸਥਾਵਾਂ ਹੋ ਗਈਆਂ, ਇਕੋਨਮਿਸਟ ਹੋ ਗਏ, ਉਹ ਕੀ ਨੇ ਆਪਣੇ ਆਪਣੇ ਵਿਊਜ਼ ਦਿੰਦੇ ਨੇ। ਦੇਖੋ ਹੁਣ ਕੀ ਨੇ, ਡੈਸ਼ ਅਨੁਸਾਰ ਵਿਕਾਸ ਅਤੇ ਆਧਾਰਿਕ ਸੰਰਚਨਾ ਦਾ ਪ੍ਰਤੱਖ ਅਤੇ ਅਨੁਪਾਤਿਕ ਸੰਬੰਧ ਆ। ਠੀਕ ਹੈ ਨਾ, ਹੁਣ ਦੇਖੋ ਕਿ ਇਹਨਾਂ 'ਚੋਂ ਕਿਹੜਾ ਆਪਸ਼ਨ ਆਏਗਾ? ਦੇਖੋ ऑप्शन ए विश्व विकास रिपोर्ट, ऑप्शन बी विश्व बैंक, ऑप्शन सी पेंडू विकास संगठन, ऑप्शन डी केंद्रीय बैंक रिपोर्ट। दसो ये किहदे अनुसार है? ये है जी विश्व बैंक के अनुसार। ठीक है ना, वर्ल्ड बैंक के अनुसार जिहड़ा विकास ते जिहड़ा आधारिक संरचना जिहड़ी डिवेलपमेंट आ और इंफ्रास्ट्रक्चर आ, इन्हां दे विच किहो जिहा रिलेशन आ? प्रतੱਖ एंड अनुपातिक। ठीक है, याद रखना ये क्वेश्चन मोल्ड होके भी आ सकता है कि विश्व बैंक के अनुसार विकास ते आधारिक संरचना विच किहो जिहा संबंध आ? किहो जिहा संबंध है? प्रतੱਖ ते अनुपातिक संबंध। ठीक है जी, अगला क्वेश्चन देखो 109 नंबर, कुछ अर्थशास्त्री जिवें नर्कसे, हिर्शमैन आदि आधारिक संरचना नूं थोड़ी इहनूं कट कर दिता। ठीक है, आधारिक संरचना नूं डैश की कहंदे हन? देखो कि कुछ जिहड़े अर्थशास्त्री आ, नर्कसे हो गया, हिर्शमैन आ, वो आधारिक संरचना नूं की कहंदे आ? की कहंदे ने? आंसर तो तुसीं देख ही लिया, मेरे को आंसर पै गया। ठीक है, चलो कोई गल नहीं, समझ लेना। ऑप्शन ए है कुल लागत, ऑप्शन बी है शुद्ध लागत, ऑप्शन सी है समाजिक ओपरी लागत, ते डी है कोई नहीं। तो इसका आंसर तो तुसीं देख ही लिया है, की है आंसर? समाजिक ओपरी लागत। की है? समाजिक ओपरी लागत क्या है? इनू सोशल ओवरहेड कॉस्ट क्या आ? नरकसे ते हिर्शमैन आदि जिहड़े इकोनमिस्ट होए ने साडे, उन्हां ने आधारिक संरचना नूं समाजिक ओपरी लागत कहा है। ठीक है जी, याद कर लेना इनू। अगला क्वेश्चन देखो, इत्थे सारा कुछ क्लीयर हो जाना हुण तुहानूं। देखो किहड़ियां मुख आधारिक संरचनावां बेसिक जिहड़ियां इंफ्रास्ट्रक्चर दियां है पक्ष, किहड़े-किहड़े ने? देखो किहड़े-किहड़े ने? मैं ऑप्शन दिते ने, आपां टिक लगाउणा सही वाले ते। की है? ऑप्शन ए है ट्रांसपोर्ट एंड कम्यूनीकेशन, मतलब यातायात या आवाजाही अते संचार।
ऑप्शन बी है इलैक्ट्रिसिटी एंड पावर मतलब बिजली ਅਤੇ शक्ति। ऑप्शन सी है इरीगेशन मतलब संचाई। ऑप्शन डी है बैंकिंग एंड अदर फाइनैंशियल इंस्टीट्यूशनस मतलब बैंकिंग ਤੇ ਹੋਰ ਵਿੱਤੀ ਸੰਸਥਾਵਾਂ। ठीक है, ਤੇ ऑप्शन ई है ऑल अबव मतलब ਸਾਰੇ। ਹੁਣ ਦੇਖੋ ਕਿਹੜਾ ਆਏਗਾ, ਇਹਦਾ ਆਨਸਰ ਆਏਗਾ ਜੀ ऑल अबव मतलब ਸਾਰੇ ਹੀ। ਆ ਸਾਰੀਆਂ ਜਿਹੜੀਆਂ ਮੈਂ ਲਿਖੇ ਨੇ ਪੁਆਇੰਟ ਇਹ ਕੀ ਨੇ, ਮੁੱਖ ਆਧਾਰਿਕ ਸੰਰਚਨਾਵਾਂ ਨੇ। ਮੈਂ ਈ ਆਪਸ਼ਨ ਇਸ ਲਈ ਰੱਖਿਆ ਤਾਂ ਕਿ ਆ ਚਾਰੇ ਆ ਜਿਹੜੀਆਂ ਸਾਰੇ ਦੀਆਂ ਸਾਰੀਆਂ ਤੁਹਾਨੂੰ ਕਲੀਅਰ ਹੋ ਜਾਣ, ਕਿਉਂਕਿ ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ ਤੇ ਆਪਾਂ ਨੂੰ 3 ਦੇ ਦਿੱਤੀਆਂ ਜਾਣਗੀਆਂ, ਚੌਥੀ ਕੋਈ ਹੋਰ ਪਾ ਦਿੱਤੀ ਜਾਵੇਗੀ ਤੇ ਫਿਰ ਆਪਾਂ ਦੇਖਣਾ ਉਹਦੇ ਵਿੱਚ ਕਿ ਇਹਦੇ ਵਿੱਚ ਆਧਾਰਿਕ ਸੰਰਚਨਾ ਕਿਹੜੀ ਨਹੀਂ ਆ। ਠੀਕ ਹੈ ਨਾ, ਜਿਹੜੀਆਂ ਹੋਰ ਬੁੱਕਸ ਵਗੈਰਾ ਆਈਆਂ ਹੋਈਆਂ ਨੇ ਸਵਰਨ ਵਗੈਰਾ ਦੀਆਂ ਉਹਨਾਂ ਦੇ ਵਿੱਚ ਇਸ ਕੁਐਸਚਨ ਜਿਹੜੇ ਆ ਆਏ ਹੋਏ ਆ ਤੇ ਮੈਂ ਤੁਹਾਨੂੰ ਆ ਤਾਂ ਆਪਾਂ ਕਰ ਰਹੇ ਹਾਂ ਕੁਐਸਚਨ ਤਾਂ ਕਿ ਸਾਡੀਆਂ ਸਾਰੀਆਂ ਜਿਹੜੀਆਂ ਆਧਾਰਿਕ ਸੰਰਚਨਾਵਾਂ ਕਵਰ ਹੋ ਜਾਣ। ਠੀਕ ਹੈ ਜੀ, ਇਹ ਮੁੱਖ ਆਧਾਰਿਕ ਸੰਰਚਨਾਵਾਂ। ਆਧਾਰਿਕ ਸੰਰਚਨਾ ਜਿਹੜੀਆਂ ਕਿ ਆਰਥਿਕ ਵਿਕਾਸ ਦੇ ਵਿੱਚ ਸਹਾਈ ਹੁੰਦੀਆਂ, ਇਹ ਜ਼ਰੂਰੀ ਆ ਕਿਸੇ ਵੀ ਇਕੋਨਮੀ ਦੇ ਵਿੱਚ ਜ਼ਰੂਰੀ ਆ। ਟਰਾਂਸਪੋਰਟ ਵੀ, ਕਮਿਊਨੀਕੇਸ਼ਨ ਵੀ, ਇਲੈਕਟ੍ਰਿਸਿਟੀ, ਪਾਵਰ, ਇਰੀਗੇਸ਼ਨ, ਬੈਂਕਿੰਗ, ਵਿੱਤੀ ਸੰਸਥਾਵਾਂ, ਸਾਨੂੰ ਕਿਤੇ ਕਰਜ਼ੇ ਦੀ ਲੋੜ ਵੀ ਪੈ ਜਾਂਦੀ ਆ। ਠੀਕ ਹੈ ਨਾ, ਸਾਨੂੰ ਜਮ੍ਹਾਂ ਕਰਵਾਉਣ ਲਈ ਵੀ ਲੋੜ ਪੈ ਜਾਂਦੀ ਹੈ। ਠੀਕ ਹੈ ਨਾ, ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਆ। ਠੀਕ ਹੈ, ਅਗਲਾ ਕੁਐਸਚਨ ਦੇਖੋ, ਇੱਕ ਅਰਥ ਵਿਵਸਥਾ ਵਿੱਚ ਯਾਤਾਯਾਤ ਦਾ ਕਿਹੜਾ ਸਾਧਨ ਠੀਕ ਹੋਵੇਗਾ? ਇਹ ਕਿਸ ਤੇ ਨਿਰਭਰ ਕਰਦਾ ਹੈ? ਆਪਸ਼ਨ ਹੈ ਆਰਥਿਕ ਨਿਰਭਰਤਾ, ਆਪਸ਼ਨ ਬੀ ਸਮਾਜਿਕ ਨਿਰਭਰਤਾ, ਆਪਸ਼ਨ ਸੀ ਪੂੰਜੀ ਦੀ ਨਿਰਭਰਤਾ, ਆਪਸ਼ਨ ਡੀ ਧਾਰਮਿਕ ਨਿਰਭਰਤਾ। ਦੇਖੋ ਹੁਣ ਇਹਦੇ ਵਿੱਚ ਆਪਸ਼ਨ ਦੇਖੋ, ਹੁਣ ਪਹਿਲਾਂ ਤਾਂ ਵਿੱਚੋਂ ਕੱਟ ਕਰੋ ਜਿਹੜੇ ਬਿਲਕੁਲ ਹੀ ਨਹੀਂ ਹੋ ਸਕਦੇ। ਧਾਰਮਿਕ ਨਿਰਭਰਤਾ ਤਾਂ ਇਹਦੇ ਵਿੱਚ ਇਕੋਨਮੀ 'ਚ ਕੋਈ ਕੰਮ ਹੀ ਨਹੀਂ ਹੈ ਨਾ। ਠੀਕ ਹੈ ਨਾ, ਤੇ ਬਾਕੀ ਦੇਖ ਲਓ ਫਿਰ ਸਮਾਜਿਕ ਨਿਰਭਰਤਾ ਵੀ ਨਹੀਂ ਹੈ ਨਾ। ਹੁਣ ਇਹਨਾਂ ਵਿੱਚੋਂ ਕਨਫਿਊਜ਼ ਹੋਵਾਂਗੇ ਆਪਾਂ, ਆਰਥਿਕ ਆਉਣਾ ਕਿ ਪੂੰਜੀ ਆਉਣਾ ਹੈ ਨਾ। ਦੇਖੋ ਯਾਤਾਯਾਤ ਦਾ ਕਿਹੜਾ ਸਾਧਨ ਠੀਕ ਹੋਵੇਗਾ? ਠੀਕ ਹੈ ਨਾ, ਯਾਤਾਯਾਤ ਮੀਨਸ ਆਵਾਜਾਈ, ਟਰਾਂਸਪੋਰਟ। ਸੋ ਠੀਕ ਹੈ ਨਾ, ਟਰਾਂਸਪੋਰਟ ਦਾ ਜਿਹੜੇ ਕਿਹੜਾ ਸਾਧਨ ਠੀਕ ਹੋਵੇਗਾ, ਇਹ ਕਿਸ ਤੇ ਨਿਰਭਰ ਕਰਦਾ ਹੈ? ਆਰਥਿਕ ਨਿਰਭਰਤਾ ਤੇ ਨਿਰਭਰ ਕਰਦਾ, ਸਾਡੀ ਇਕੋਨਮਿਕ ਡਿਪੈਂਡੈਂਸ ਕਿੰਨੀ ਆ। ਠੀਕ ਹੈ, ਹੁਣ ਤੁਸੀਂ ਅੱਗੇ ਇਹਨੂੰ ਕਲੀਅਰ ਕਰੋਗੇ। ਠੀਕ ਹੈ, ਦੇਖੋ ਹਾਂ ਇਹਨੂੰ ਜੇ ਦੇਖੋ ਧਿਆਨ ਨਾਲ, ਹੁਣ ਕੀ ਲਿਖਿਆ ਕੁਐਸਚਨ ਨੰਬਰ 112 ਕੀ ਹੈ? ਜੇਕਰ ਕਿਸੇ ਅਰਥ ਵਿਵਸਥਾ ਦੇ ਭਿੰਨ ਭਿੰਨ ਖੇਤਰ ਆਰਥਿਕ ਦ੍ਰਿਸ਼ਟੀ ਤੋਂ ਆਤਮ ਨਿਰਭਰ ਹਨ ਤਾਂ ਅਜਿਹੀ ਅਰਥ ਵਿਵਸਥਾ ਕਿਹੋ ਜਿਹੀ ਯਾਤਾਯਾਤ ਦੇ ਸਾਧਨ ਠੀਕ ਹੋਣਗੇ? ਠੀਕ ਹੈ, ਦੇਖੋ ਹੁਣ ਦੇਖੋ ਕੀ ਚੀਜ਼ਾਂ ਨੇ, ਕੀ ਨੇ ਖੇਤਰ ਨੇ, 2 ਖੇਤਰ ਨੇ, ਮੰਨ ਲਓ ਏਰੀਏਜ਼ ਨੇ, ਜਿੱਦਾਂ ਸਾਡੀ ਕੰਟਰੀ ਦੇ ਵਿੱਚ ਏਰੀਏਜ਼ ਨੇ, ਜਿੱਦਾਂ ਹੁਣ ਪੰਜਾਬ ਹੋ ਗਿਆ, ਬਿਹਾਰ ਹੋ ਗਿਆ, ਉੱਤਰ ਪ੍ਰਦੇਸ਼ ਹੋ ਗਿਆ, ਠੀਕ ਹੈ ਨਾ, ਜੰਮੂ ਕਸ਼ਮੀਰ ਹੋ ਗਿਆ, ਸਾਰੇ ਹੋ ਗਏ ਹੈ ਨਾ ਏਰੀਏ, ਮਤਲਬ ਜੋ ਵੀ ਸਟੇਟਸ ਨੇ। ਠੀਕ ਹੈ ਨਾ, ਵੱਖ-ਵੱਖ ਖੇਤਰ ਹੋ ਗਏ। ਹੁਣ ਦੇਖੋ ਇਹ ਖੇਤਰ ਜੇ ਤਾਂ ਆਪਸੀ ਨਿਰਭਰ ਆ, ਸੌਰੀ ਆਤਮ ਨਿਰਭਰ ਆ, ਮਤਲਬ ਸੈਲਫ ਡਿਪੈਂਡੈਂਟ, ਮਤਲਬ ਇਹਨਾਂ ਨੂੰ ਠੀਕ ਹੈ ਨਾ ਆਤਮ ਨਿਰਭਰ ਆ, ਤੇ ਇਹਨਾਂ ਦੇ ਲਈ ਫਿਰ ਕਿਹੋ ਜਿਹੇ ਯਾਤਾਯਾਤ ਦੇ ਸਾਧਨ ਠੀਕ ਹੋਣਗੇ? ਆਪਸ਼ਨ ਏ ਦੇਖੋ ਜੋ ਘੱਟ ਦੂਰੀ ਤੇ ਸਭ ਤੋਂ ਸਸਤੇ, ਆਪਸ਼ਨ ਬੀ ਜੋ ਘੱਟ ਦੂਰੀ ਤੇ ਸਭ ਤੋਂ ਮਹਿੰਗੇ, ਆਪਸ਼ਨ ਸੀ ਜੋ ਵੱਧ ਦੂਰੀ ਤੇ ਸਭ ਤੋਂ ਸਸਤੇ, ਆਪਸ਼ਨ ਡੀ ਜੋ ਵੱਧ ਦੂਰੀ ਤੇ ਸਭ ਤੋਂ ਮਹਿੰਗੇ। ਹੁਣ ਦੇਖੋ ਆਤਮ ਨਿਰਭਰ ਆ ਮਤਲਬ ਥੋੜ੍ਹੀ ਬਹੁਤੀ ਜ਼ਰੂਰਤ ਇੱਕ ਦੂਜੇ ਤੋਂ ਪੈ ਸਕਦੀ ਆ, ਭਲਾ ਜਿੰਨਾ ਮਰਜ਼ੀ ਕੋਈ ਖੇਤਰ ਜਿਹੜਾ ਆ ਕੋਈ ਵੀ ਜਿਹੜੀ ਸਟੇਟ ਆ ਡਿਪੈਂਡ ਮਤਲਬ ਆਪਣੇ ਆਤਮ ਨਿਰਭਰ ਹੋਵੇ, ਪਰ ਫਿਰ ਵੀ ਕਿਤੇ ਨਾ ਕਿਤੇ ਲੋੜ ਦੂਸਰੀ ਕੰਟਰੀ ਨੂੰ ਪੈ ਹੀ ਜਾਂਦੀ ਹੈ ਨਾ, ਤੇ ਸੌਰੀ ਦੂਸਰੀ ਸਟੇਟ ਨੂੰ ਵੀ ਲੋੜ ਪੈਂਦੀ, ਕੰਟਰੀ ਨੂੰ ਵੀ ਪੈ ਜਾਂਦੀ। ਪਰ ਜੇ ਤਾਂ ਸਰਦਾ ਆ ਜ਼ਿਆਦਾ, ਦੇਖੋ ਆਤਮ ਨਿਰਭਰ ਆ ਤਾਂ ਫਿਰ ਕੀ ਹੋਵੇਗਾ? ਘੱਟ ਦੂਰੀ ਲਈ ਸਭ ਤੋਂ ਸਸਤੇ ਸਾਧਨ। ਠੀਕ ਹੈ ਨਾ, ਘੱਟ ਦੂਰੀ ਲਈ ਸਭ ਤੋਂ ਸਸਤੇ ਸਾਧਨ। ਹੁਣ ਦੇਖੋ ਸਸਤੇ ਸਾਧਨ ਹੌਲੀ ਚੱਲਣਗੇ। ਠੀਕ ਹੈ ਨਾ, ਕਈ ਸਾਧਨ ਤੇਜ਼ ਵੀ ਚੱਲਦੇ ਆ। ਹੁਣ ਪਹਿਲਾਂ ਕੀ ਸੀਗਾ, ਜਿਵੇਂ ਹੁਣ ਪੰਜਾਬ ਦੇ ਪਿੰਡ ਆ, ਇਹ ਆਤਮ ਨਿਰਭਰ ਆ। ਠੀਕ ਹੈ ਨਾ, ਪਿੰਡਾਂ ਨੂੰ ਆਪਸ ਵਿੱਚ ਸਾਰਿਆਂ ਕੁਛ ਮਤਲਬ ਜਿਹੜਾ ਜੋ ਵੀ ਖੇਤੀਬਾੜੀ ਦਾ ਸਮਾਨ ਹੁੰਦਾ ਹੈ ਉਹ ਕੋਲ ਹੀ ਹੁੰਦਾ ਹੈ। ਠੀਕ ਹੈ ਨਾ, ਕਿਤੇ ਲੋੜ ਪੈ ਵੀ ਜਾਵੇ ਤਾਂ ਜੇ ਸਮਾਨ ਲੇਟ ਵੀ ਪਹੁੰਚੇ, ਮਤਲਬ ਹੌਲੀ ਵੀ ਪਹੁੰਚੇ ਤਾਂ ਕੋਈ ਚੱਕਰ ਨਹੀਂ ਆ। ਤਾਂ ਫਿਰ ਇੱਥੇ ਕਿੱਦਾਂ ਦੇ ਸਾਧਨ ਇਹ ਯੂਜ਼ ਹੋਣੇ ਚਾਹੀਦੇ ਆ ਜੋ ਘੱਟ ਦੂਰੀ 'ਤੇ ਸਭ ਤੋਂ ਸਸਤੇ ਹੋਣ, ਜਿੱਦਾਂ ਊਠ ਵਗੈਰਾ ਪਹਿਲਾਂ ਯੂਜ਼ ਹੁੰਦੇ, ਊਠ ਵਗੈਰਾ ਸਮਾਨ ਢੋਣ ਵਾਸਤੇ ਵਰਤੇ ਜਾਂਦੇ ਸੀ, ਖੋਤੇ ਹੋ ਗਏ। ਠੀਕ ਹੈ ਨਾ, ਫਿਰ ਹੌਲੀ ਆ ਟਰੈਕਟਰ ਵਗੈਰਾ ਆਏ। ਠੀਕ ਹੈ ਨਾ, ਅਗਲਾ ਕੁਐਸਚਨ, ਹਾਂ ਇਸ ਤੋਂ ਉਲਟ ਅਗਰ ਆਪਸੀ ਨਿਰਭਰਤਾ ਹੈਗੀ ਆ ਵੀ ਸਾਨੂੰ ਬੜੀ ਲੋੜ ਆ, ਸਾਡਾ ਇਹ ਕੱਚਾ ਮਾਲ ਇੱਧਰੋਂ ਉੱਧਰ ਜਾਣਾ ਆ, ਠੀਕ ਹੈ ਨਾ, ਵੀ ਸਾਡਾ ਸਾਰੀ ਨਹੀਂ ਸਕਦੀ, ਸਾਡੀ ਪ੍ਰੋਡਕਸ਼ਨ ਹੋ ਹੀ ਨਹੀਂ ਸਕਦੀ ਹੈਗੀ, ਸ਼ੁਰੂ ਹੀ ਨਹੀਂ ਹੋ ਸਕਦੀ, ਤਾਂ ਫਿਰ ਸਾਨੂੰ ਕੀ ਆ, ਕਿਹੋ ਜਿਹੇ ਸਾਧਨ ਚਾਹੀਦੇ ਆ? ਲੰਬੀ ਦੂਰੀ ਲਈ ਸਸਤੇ। ਠੀਕ ਹੈ ਨਾ, ਦੂਰੀ ਲੰਬੀ ਆ ਔਰ ਇਹਦੇ ਲਈ ਸਸਤੇ ਤੇ ਤੇਜ਼ ਸਾਧਨ ਚਾਹੀਦੇ ਆ। ਸਸਤੇ ਦਾ ਮਤਲਬ ਇਹ ਵੀ ਨਹੀਂ ਕਿ ਉਹ ਹੌਲੀ ਚੱਲਣ ਤੇ ਮਹੀਨਾ ਲਾ ਦੇਣਾ ਇੱਕ ਚੀਜ਼ ਪਹੁੰਚਣ ਨੂੰ। ਠੀਕ ਹੈ ਨਾ, ਚਲੋ ਅੱਗੇ
ਅਗਲਾ ਕੁਐਸਚਨ ਕਰਦੇ ਹਾਂ। 113 ਘੱਟ ਦੂਰੀ ਲਈ ਭਾਰਤ ਦੇ ਸਸਤੇ ਸਾਧਨ ਕਿਹੜੇ-ਕਿਹੜੇ ਹਨ? ਹਾਂ, ਹੁਣ ਇੱਥੇ ਕਲੀਅਰ ਹੋ ਜਾਣਾ ਤੁਹਾਨੂੰ। ਘੱਟ ਦੂਰੀ ਲਈ ਭਾਰਤ ਵਿੱਚ ਸਭ ਤੋਂ ਸਸਤੇ ਸਾਧਨ ਕਿਹੜੇ ਆ? ਬੈਲ ਗੱਡੀ, ਘੋੜੇ ਗੱਡੀਆਂ, ਊਠਾਂ ਖੱਚਰ, ਦੇਸੀ ਕਿਸ਼ਤੀਆਂ। ਠੀਕ ਹੈ, ਇਹ ਜਿਹੜੇ ਸੀਗੇ ਪਹਿਲਾਂ ਪੰਜਾਬ ਦੇ ਵਿੱਚ ਯੂਜ਼ ਪੰਜਾਬ ਵਿੱਚ ਜਿਹੜੇ ਹੀ ਚੱਲਦੇ ਸੀਗੇ। ਠੀਕ ਹੈ ਨਾ। ਅਗਲਾ ਕੁਐਸਚਨ ਦੇਖੋ 114 ਭਾਰਤ ਦੇ ਮੁੱਖ ਯਾਤਾਯਾਤ ਸਾਧਨ ਕਿਹੜੇ ਹਨ? ਦੇਖੋ ਇਹ ਕੁਐਸਚਨ ਦੇਖੋ ਕੀ ਹੈ, ਰੇਲਵੇ, ਸੜਕ ਯਾਤਾਯਾਤ, ਜਲ ਯਾਤਾਯਾਤ ਤੇ ਹਵਾਈ ਯਾਤਾਯਾਤ ਟਰਾਂਸਪੋਰਟ। ਠੀਕ ਹੈ ਨਾ। ਦੇਖੋ ਇੱਥੋਂ ਤੁਹਾਨੂੰ ਸਾਰਾ ਕਲੀਅਰ ਹੋ ਜਾਣਾ ਚਾਹੀਦਾ। ਯਾਤਾਯਾਤ ਦੇ ਜਿਹੜੇ ਮੁੱਖ ਸਾਧਨ ਆ ਇਹ ਇੱਕ ਰੇਲਵੇ ਹੋ ਗਿਆ, ਇੱਕ ਸੜਕ ਯਾਤਾਯਾਤ, ਜਲ ਯਾਤਾਯਾਤ ਤੇ ਹਵਾਈ ਯਾਤਾਯਾਤ। ਠੀਕ ਹੈ ਨਾ। ਓਕੇ, ਰੋਡ ਟਰਾਂਸਪੋਰਟ, ਵਾਟਰ ਟਰਾਂਸਪੋਰਟ ਐਂਡ 에ਅਰ ਟਰਾਂਸਪੋਰਟ ਐਂਡ ਰੇਲਵੇ। ਠੀਕ ਹੈ, ਇਹ ਆਪਾਂ ਯਾਦ ਕਰ ਲੈਣੇ ਆ ਮੁੱਖ, ਕਿਉਂਕਿ ਪੇਪਰ ਦੇ ਵਿੱਚ ਆਪਸ਼ਨ ਆਪਾਂ ਨੂੰ ਇੱਕ ਹੋਰ ਦੇ ਦਿੱਤੀ ਜਾ ਸਕਦੀ ਆ, 3 ਇਹ ਦੇ ਦਿੱਤੀਆਂ ਜਾਣਗੀਆਂ ਇਹਨਾਂ ਚੋਂ, ਤੇ ਫਿਰ ਸਾਨੂੰ ਜੇ ਕਨਸੈਪਟ ਕਲੀਅਰ ਹੋਏਗਾ ਤੇ ਅਸੀਂ ਸਹੀ ਤੇ ਟਿਕ ਲਾ ਸਕਦੇ ਹਾਂ। ਅਗਲਾ ਕੁਐਸਚਨ ਦੇਖੋ ਜੀ, ਲੰਬੀ ਦੂਰੀ ਤੇ ਭਾਰੀ ਮਾਲ ਲਈ ਯਾਤਰੀਆਂ ਦੇ ਆਉਣ ਜਾਣ ਲਈ ਸਭ ਤੋਂ ਜ਼ਿਆਦਾ ਸਸਤਾ ਭਾਰਤੀ ਯਾਤਾਯਾਤ ਸਾਧਨ ਕਿਹੜਾ ਹੈ? ਹਾਂ, ਇੰਡੀਅਨ ਟਰਾਂਸਪੋਰਟ ਸੋਰਸ ਕਿਹੜਾ ਹੈ? ਦੇਖੋ ਕਿਹੜਾ ਹੈ ਸਭ ਤੋਂ ਸਸਤਾ ਔਰ ਭਾਰੀ ਮਾਲ ਢੋਣ ਲਈ ਲੰਬੀ ਦੂਰੀਆਂ ਲਈ ਵੀ ਕਿਹੜਾ ਹੈ? ਏ ਰੇਲਵੇ, ਬੀ ਜਲ ਯਾਤਾਯਾਤ, ਸੀ ਹਵਾਈ ਤੇ ਡੀ ਸੜਕ ਯਾਤਾਯਾਤ। ਕਿਹੜਾ ਹੈ? ਇਹ ਕਰੈਕਟ ਆਪਸ਼ਨ ਹੈ ਜੀ ਰੇਲਵੇ। ਠੀਕ ਨਾ। ਵੈਰੀ ਫਾਸਟ ਤੇ ਲੌਂਗ ਡਿਸਟੈਂਸ ਕਵਰ ਕਰਨ ਦੇ ਲਈ ਔਰ ਭਾਰੀ ਸਮਾਨ ਢੋਣ ਦੇ ਲਈ ਵੀ ਇਹਨੂੰ ਆਪਾਂ ਵਰਤਦੇ ਹਾਂ। ਠੀਕ ਹੈ, ਭਾਰਤ ਵਿੱਚ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ 116 ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਦੋਂ ਬਣੀ? ठीक है, इंपॉर्टेंट है, देख लो लेना। ऑप्शन ए है 15 अगस्त 1947, ऑप्शन बी है 15 अप्रैल 1853, ऑप्शन सी है 16 अप्रैल 1853, ऑप्शन डी है 17 अप्रैल 1853। सो करैक्ट ऑप्शन है 16 अप्रैल 1853। ठीक है जी, पहली रेलवे लाइन उदों बनी आ। हुण देखो 117 भारत विच पहली रेलवे लाइन किहड़ियां थावां दरम्यान बनाई गई है? देखो ऑप्शन बी हैगी बंबई ते थाना, ऑप्शन बी है बंबई ते चेन्नई, ऑप्शन सी है बंबई ते उड़ीसा, ऑप्शन डी है बंबई ते केरला। हुण देखो किहदे विच किन्ना दरम्यान बनाई गई सी पहली रेलवे लाइन? ये है जी बंबई ते थाना दे विचकार। ठीक है जी, याद रख लेना। अगला क्वेश्चन देखो, भारतीय रेलवे व्यवस्था संसार विच किनवीं मन्नी जाती है? किनवीं वड्डी मन्नी जाती है? ठीक है ना। देखो किनवीं मन्नी जाती? पहली, दूजी, तीसरी ते चौथी। देखो ये मन्नी जाती है जी संसार दे विच चौथे नंबर ते आ रेलवे व्यवस्था। इंडियन रेलवे व्यवस्था जिहड़ी आ भारत संसार विच किनवें नंबर ते आ? चौथे नंबर ते है। ठीक है जी। अगला क्वेश्चन देखो, इस समय भारत विच रेलवे लाइनां दी कुल लंबाई कितनी है? ऑप्शन ए है 1,15,000 किलोमीटर, ऑप्शन बी है 1,16,000 किलोमीटर, ऑप्शन सी है 1,17,000 किलोमीटर ते ऑप्शन डी है 1,78,000 किलोमीटर। ठीक ना, चूज करैक्ट ऑप्शन। हुण की आएगा करैक्ट ऑप्शन? 1,15,000 किलोमीटर। ठीक है ना। चलो जी, अगला क्वेश्चन देखो, भारत विच हर रोज़ किन्ने स्टेशनों विचकार किन्नियां गड्डियां चलदियां? स्टेशन भी दसने ते गड्डियां भी दसनियां ने। ऑप्शन ए 75,100 स्टेशन ते 20,000 गड्डियां, ऑप्शन बी है 8500 स्टेशन 40,000 गड्डियां, ऑप्शन सी है 95,100 स्टेशन ते 60,000 गड्डियां ते ऑप्शन डी है 2,000 स्टेशन ते 100 गड्डियां। देखो बई हुण किहड़ा करैक्ट ऑप्शन है? ये है जी 75,100 स्टेशन ते 20,000 गड्डियां रोज़। ठीक है जी, ये 10th क्लास की बुक दे विचों MCQ बनाए गए ने, लए गए ने। ठीक है, सारा लैसन कवर हो जाना अपना। हुण ऑप्शन 121 प्रश्न देखो, भारतीय रेलवे गड्डियां प्रतिदिन किन्नियां सवारियां ढोंदियां हन? ऑप्शन ए है औसतन एवरेज दसी है, ठीक है, प्रॉपर नहीं एवरेज की है 20 मिलियन, 30 मिलियन, 40 मिलियन ते ऑप्शन डी है 50 मिलियन। हुण देखो बई की होना इहदा करैक्ट ऑप्शन? इहदा करैक्ट ऑप्शन होना औसतन 20 मिलियन। ठीक है ना, 20 मिलियन जिहड़ियां सवारियां जिहड़ियां ढोंदियां ने भारतीय रेलवे गड्डियां। अगला क्वेश्चन देखो 123 नंबर, एशिया की सब तो वड्डी रेलवे लाइन किहड़ी मन्नी जाती है? हुण देखो ये किहड़ी मन्नी जाती है? भारतीय रेलवे व्यवस्था। ठीक है ना, देश भी पूछा जा सकता कि एशिया दे विच सब तो वड्डी रेलवे व्यवस्था किस देश की मन्नी जाती है, या एशिया की सब तो वड्डी रेलवे व्यवस्था किहड़ी है? ये है जी भारतीय रेलवे व्यवस्था। ठीक है ना। चलो जी, अगला क्वेश्चन 124 प्रश्न, हेठ लिखे विचों किहड़ी आधारिक संरचना है? देखो मैं तुहानूं पहले ही दस्सिया सी, जे आधारिक संरचनावां पता होणगीआं तो हुण तुसीं आपां जिहड़ा करैक्ट ऑप्शन टिक कर सकते हैं। देखो की है हुण इन्हां चों दसना कि आधारिक संरचना किहड़ी किहड़ी है। ऑप्शन ए है बिजली शक्ति,
ऑप्शन बी है ਸਿੰਚਾਈ, ऑप्शन सी है बैंकिंग ਤੇ ऑप्शन डी है ਸਾਰੇ ਹੀ। ਹੁਣ ਦੇਖੋ ਜਿਹਨੂੰ ਤਾਂ ਕਲੀਅਰ ਹੋਊਗਾ ਤਾਂ ਉਹਨੇ ਤਾਂ ਲਗਾ ਦੇਣਾ ਟਿਕ, ਤੇ ਜਿਹਨੂੰ ਨਹੀਂ ਕਲੀਅਰ ਤਾਂ ਉਹਨੇ ਫਿਰ ਠੀਕ ਹੈ ਗਲਤ ਲਗਾ ਦੇਗਾ। ਦੇਖੋ ਕੀ ਆਏਗਾ ਸਾਰੇ ਹੀ। ਇਹ ਸਾਰੇ ਕੀ ਨੇ? ਆਧਾਰਿਕ ਸੰਰਚਨਾਵਾਂ ਨੇ। ਠੀਕ ਹੈ ਜੀ। ਅਗਲਾ ਕੁਐਸਚਨ ਦੇਖੋ, ਸੜਕਾਂ ਦੇ ਪ੍ਰਕਾਰ ਕਿਹੜੇ ਕਿਹੜੇ ਹਨ? ਭਾਰਤੀ ਸੜਕਾਂ ਦੇ। ਠੀਕ ਹੈ ਜੀ, ਨਾਲ ਨੋਟ ਕਰ ਲੈਣਾ। ਭਾਰਤੀ ਸੜਕਾਂ ਦੇ ਕੀ ਨੇ? ਰਾਸ਼ਟਰੀ ਸੜਕਾਂ ਹੁੰਦੀਆਂ, ਪ੍ਰਾਂਤੀ ਸੜਕਾਂ ਹੁੰਦੀਆਂ, ਪੇਂਡੂ ਸੜਕਾਂ ਹੁੰਦੀਆਂ ਤੇ ਸੀਮਾ ਸੜਕਾਂ ਹੁੰਦੀਆਂ। ਅਗਲਾ ਕੁਐਸਚਨ ਦੇਖੋ, ਕੁਐਸਚਨ ਨੰਬਰ 126, ਵਿਕਾਸਸ਼ੀਲ ਦੇਸ਼ਾਂ ਵਿੱਚ ਭਾਰਤੀ ਜਹਾਜ਼ਰਾਨੀ ਦਾ ਕਿੰਨਵਾਂ ਸਥਾਨ ਹੈ? ਕਿੰਨਵਾਂ ਸਥਾਨ ਹੈ? ਪਹਿਲਾ ਸਥਾਨ ਹੈ। ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੈ, ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਵਿੱਚ ਕੀ ਨੇ ਜਹਾਜ਼ਰਾਨੀ ਦਾ ਸਥਾਨ? ਭਾਰਤੀ ਜਹਾਜ਼ਰਾਨੀ ਦਾ ਇਹ ਹੈ ਪਹਿਲਾ ਸਥਾਨ। ਅਗਲਾ ਦੇਖੋ ਜੀ 127 ਪ੍ਰਸ਼ਨ, ਏਸ਼ੀਆ ਵਿੱਚ ਭਾਰਤੀ ਜਹਾਜ਼ਰਾਨੀ ਦਾ ਕਿੰਨਵਾਂ ਸਥਾਨ ਹੈ? ਦੂਸਰਾ। ਹੁਣ ਦੇਖੋ ਆਪਾਂ 4 ਕੁਐਸਚਨ ਇੱਦਾਂ ਦੇ ਕਰ ਲਏ ਜਿਹੜੀਆਂ ਸਥਾਨ ਵਾਲੇ। ਇੱਕ ਤਾਂ ਆਪਾਂ ਕੀਤੇ ਰੇਲਵੇ ਨਾਲ ਸੰਬੰਧਿਤ 2 ਕੀਤੇ ਆ, ਤੇ 2 ਆਪਾਂ ਜਹਾਜ਼ਰਾਨੀ ਵਾਲੇ ਕਰ ਲਏ ਆ। ਠੀਕ ਹੈ, ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਕਰ ਲੈਣਾ ਹੈ, ਪੇਪਰ ਦੇ ਵਿੱਚ ਆਪਾਂ ਭੁੱਲਣਾ ਨਹੀਂ ਆ। 128 ਪ੍ਰਸ਼ਨ ਹੈਗਾ, ਸੰਸਾਰ ਵਿੱਚ ਭਾਰਤੀ ਜਹਾਜ਼ਰਾਨੀ ਦਾ ਕਿੰਨਵਾਂ ਸਥਾਨ ਹੈ? ਕਿੰਨਵਾਂ ਸਥਾਨ ਹੈ ਭਾਰਤੀ ਜਹਾਜ਼ਰਾਨੀ ਦਾ? 16ਵਾਂ ਸਥਾਨ ਹੈ। ਕਿੰਨਵਾਂ? 16ਵਾਂ ਸਥਾਨ। ਸੰਸਾਰ ਵਿੱਚ ਭਾਰਤੀ ਜਹਾਜ਼ਰਾਨੀ ਦਾ ਕਿੰਨਵਾਂ ਸਥਾਨ ਹੈ? 16ਵਾਂ। ਠੀਕ ਹੈ, ਤੇ ਰੇਲਵੇ ਦਾ ਕਿੰਨਵਾਂ ਕੀਤਾ ਸੀ ਪਿੱਛੇ? ਚੌਥਾ। ਠੀਕ ਹੈ, ਚਲੋ ਜੀ ਅੱਗੇ। ਅਗਲਾ ਕੁਐਸਚਨ ਦੇਖੋ, ਹੁਣ ਆ ਧਿਆਨ ਨਾਲ ਦੇਖ ਲੈਣੇ ਆ। ਪ੍ਰਸ਼ਨ ਨੰਬਰ 129, ਜਲ ਯਾਤਾਯਾਤ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ? 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਠੀਕ ਹੈ, ਜਲ ਯਾਤਾਯਾਤ ਨੂੰ। ਠੀਕ ਹੈ, ਕਿਹੜੇ ਕਿਹੜੇ 3 ਹਿੱਸੇ ਹੋ ਸਕਦੇ ਹਨ? ਨੰਬਰ ਪਹਿਲਾ ਹੈਗਾ ਆਂਤਰਿਕ ਜਲ ਯਾਤਾਯਾਤ, ਨੰਬਰ 2 ਹੈ ਤਟੀ ਜਲ ਯਾਤਾਯਾਤ, ਤੇ ਨੰਬਰ 3 ਹੈ ਸਮੁੰਦਰੀ ਯਾਤਾਯਾਤ ਜਾਂ ਅੰਤਰਰਾਸ਼ਟਰੀ ਜਲ ਯਾਤਾਯਾਤ। ਠੀਕ ਹੈ, ਹੁਣ ਇਹ 3 ਤਰ੍ਹਾਂ ਦੀਆਂ ਜਿਹੜੇ ਇਹਨੂੰ ਜਲ ਯਾਤਾਯਾਤ ਨੂੰ ਜਿਹੜੀ ਵਾਟਰ ਟਰਾਂਸਪੋਰਟ ਹੈ ਅਸੀਂ ਉਹਨੂੰ 3 ਭਾਗਾਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਠੀਕ ਹੈ ਜੀ, ਇੱਕ ਆਂਤਰਿਕ ਜਲ ਯਾਤਾਯਾਤ ਹੋ ਗਿਆ, ਇੱਕ ਤਟੀ ਯਾਤਾਯਾਤ ਹੋ ਗਿਆ, ਇੱਕ ਹੋ ਗਿਆ ਸਮੁੰਦਰੀ। ਠੀਕ ਹੈ ਜੀ, ਸਮੁੰਦਰੀ ਯਾਤਾਯਾਤ ਜਾਂ ਫਿਰ ਅੰਤਰਰਾਸ਼ਟਰੀ ਜਲ ਯਾਤਾਯਾਤ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਦੇਖੋ 130 ਕੀ ਹੈ? 130 ਕੁਐਸਚਨ ਹੈਗਾ ਆ ਪ੍ਰਸ਼ਨ, ਭਾਰਤੀ ਜਲ ਯਾਤਾਯਾਤ ਦੀਆਂ ਬੰਦਰਗਾਹਾਂ। ਹੁਣ ਇਹ ਤਾਂ ਬੰਦਰਗਾਹ ਇਹ ਮੈਂ ਵੈਸੇ ਪਾਇਆ ਸੀਗਾ ਵੀ ਚਲੋ ਆਪਾਂ ਨੂੰ ਬੰਦਰਗਾਹਾਂ ਦਾ ਵੀ ਪਤਾ ਲੱਗੇ। ਠੀਕ ਹੈ ਨਾ, ਭਾਰਤੀ ਜਲ ਯਾਤਾਯਾਤ ਦੀਆਂ ਬੰਦਰਗਾਹਾਂ ਕਿਹੜੀਆਂ ਹੈਗੀਆਂ? ਮੁੰਬਈ ਹੋ ਗਈ, ਕੋਲਕਾਤਾ, ਹਲਦੀਆ, ਚੇਨਈ, ਬੈਂਗਲੌਰ ਤੇ ਵਿਸ਼ਾਖਾਪਟਨਮ ਆਦਿ। ਹੋਰ ਵੀ ਬੰਦਰਗਾਹਾਂ ਬਥੇਰੀਆਂ ਨੇ। ਠੀਕ ਹੈ ਜੀ, ਇਹ ਜਿਹੜੀਆਂ ਇੰਪੋਰਟੈਂਟ ਨੇ ਯਾਦ ਰੱਖ ਲੈਣੀਆਂ ਆਪਾਂ। ਠੀਕ ਹੈ, ਅਗਲਾ ਕੁਐਸਚਨ 131, ਭਾਰਤੀ ਸਮੁੰਦਰੀ ਯਾਤਾਯਾਤ ਲਈ ਸਰਵਜਨਕ ਖੇਤਰ ਦੀਆਂ ਵੱਡੀਆਂ ਕੰਪਨੀਆਂ ਕਿਹੜੀਆਂ ਹਨ? ਦੇਖੋ ਬਈ ਹੁਣ ਇੱਥੇ ਤੁਸੀਂ ਦੇਖ ਲੈਣਾ ਵਾ ਕਿ ਭਾਰਤੀ ਸਮੁੰਦਰੀ ਯਾਤਾਯਾਤ ਲਈ ਕਿਹੜੇ ਖੇਤਰ ਦੀ ਗੱਲ ਕਰ ਰਹੇ ਹਾਂ ਆਪਾਂ? ਸਰਵਜਨਕ ਖੇਤਰ ਦੀ ਗੱਲ ਕਰ ਰਹੇ ਹਾਂ, ਮਤਲਬ ਪਬਲਿਕ ਸੈਕਟਰ ਦੀ ਗੱਲ ਕਰ ਰਹੇ ਹਾਂ। ਦੇਖੋ ਸੈਕਟਰ ਹੁੰਦੇ ਨਾ ਇਕਨੋਮਿਕਸ ਦੇ ਵਿੱਚ, ਇੱਕ ਹੁੰਦਾ ਪਬਲਿਕ ਸੈਕਟਰ, ਇੱਕ ਹੁੰਦਾ ਪ੍ਰਾਈਵੇਟ ਸੈਕਟਰ। ਠੀਕ ਹੈ ਨਾ, ਨਿੱਜੀ ਖੇਤਰ ਜਿੱਥੇ ਪ੍ਰਾਈਵੇਟ ਕੰਪਨੀਜ਼ ਆਪਣਾ ਚਲਾਉਂਦੀਆਂ ਨੇ ਕੰਮ। ਠੀਕ ਹੈ ਨਾ, ਤੇ ਇੱਕ ਪਬਲਿਕ ਸੈਕਟਰ ਹੋਇਆ ਜਿਹੜਾ ਗਵਰਨਮੈਂਟ ਦੇ ਅੰਡਰ ਹੁੰਦਾ ਹੈ ਥੋੜਾ, ਠੀਕ ਗਵਰਨਮੈਂਟ ਦੇ ਅੰਡਰ ਹੀ ਹੁੰਦਾ ਸਾਰਾ। ਠੀਕ ਹੈ ਨਾ, ਸੋ ਉਸ ਸੈਕਟਰ ਦੀ ਹੁਣ ਇਹ ਦੇਖੋ ਭਾਰਤੀ ਸਮੁੰਦਰੀ ਜਲ ਯਾਤਾਯਾਤ ਲਈ ਸਰਵਜਨਕ ਖੇਤਰ ਮਤਲਬ ਪਬਲਿਕ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਕਿਹੜੀਆਂ ਹਨ? ਦੇਖੋ ਆਪਸ਼ਨ ਬੀ ਭਾਰਤੀ ਸ਼ਿਪਿੰਗ ਸਿਸਟਮ, ਆਪਸ਼ਨ ਬੀ ਹੈਗਾ ਮੁਗਲਡਾਈਨ, ਆਪਸ਼ਨ ਸੀ ਏ ਅਤੇ ਬੀ ਦੋਵੇਂ, ਆਪਸ਼ਨ ਡੀ ਹੈ ਇੰਡੀਕਾ ਸ਼ਿਪਿੰਗ। ਹੁਣ ਦੇਖੋ ਇਹਦੇ ਵਿੱਚ ਕੀ ਕਰੈਕਟ ਆਪਸ਼ਨ ਹੈ? ਆਪਸ਼ਨ ਏ ਤੇ ਬੀ ਦੋਵੇਂ। ਠੀਕ ਹੈ, ਮਤਲਬ ਭਾਰਤੀ ਸ਼ਿਪਿੰਗ ਸਿਸਟਮ, ਇਹ ਦੋਨੋਂ ਯਾਦ ਰੱਖਣੀਆਂ, ਬੁੱਕ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਦੱਸਿਆ ਗਿਆ ਆ। ਠੀਕ ਹੈ, ਕੀ ਹੈ? ਭਾਰਤੀ ਸ਼ਿਪਿੰਗ ਸਿਸਟਮ ਤੇ ਮੁਗਲਡਾਈਨ, ਇਹ ਦੋਨੋਂ ਜਿਹੜੀਆਂ ਨੇ ਸਾਡੀਆਂ ਪਬਲਿਕ ਸੈਕਟਰ ਦੀਆਂ ਸਮੁੰਦਰੀ ਯਾਤਾਯਾਤ ਦੀਆਂ ਵੱਡੀਆਂ ਕੰਪਨੀਆਂ ਨੇ। ਠੀਕ ਹੈ, ਇਸ ਤੋਂ ਇਲਾਵਾ ਕੁਝ ਪ੍ਰਾਈਵੇਟ ਕੰਪਨੀਜ਼ ਵੀ ਹੈਗੀਆਂ ਨੇ। ਠੀਕ ਹੈ, ਅੱਗੇ ਦੇਖੋ 132, ਯਾਤਾਯਾਤ ਦਾ ਸਭ ਤੋਂ ਤੇਜ਼ ਤੇ ਮਹਿੰਗਾ ਸਾਧਨ ਕਿਹੜਾ ਹੈ? ਹਵਾਈ ਯਾਤਾਯਾਤ। ਠੀਕ ਹੈ ਨਾ, ਹਵਾਈ ਯਾਤਾਯਾਤ। ਠੀਕ ਹੈ ਨਾ, ਚਲੋ ਅੱਗੇ 133 ਪ੍ਰਸ਼ਨ, ਭਾਰਤ ਵਿੱਚ ਹਵਾਈ ਯਾਤਾਯਾਤ ਲਈ ਸਰਵਜਨਕ ਖੇਤਰ ਦੀਆਂ 3 ਕਿਹੜੀਆਂ ਕੰਪਨੀਆਂ ਹਨ? ਆਹ ਦੇਖੋ ਹੁਣ ਇੰਪੋਰਟੈਂਟ ਕੁਐਸਚਨ ਆ, ਕਿਹੜੀਆਂ 3 ਕੰਪਨੀਆਂ ਨੇ? ਠੀਕ ਹੈ, ਕਿਹੜੀਆਂ ਨੇ? ਨੰਬਰ 1 ਹੈਗਾ ਇੰਡੀਅਨ 에ਅਰਲਾਈਨਸ ਕਾਰਪੋਰੇਸ਼ਨ, 2 ਹੈਗਾ 에ਅਰ ਇੰਡੀਆ ਇੰਟਰਨੈਸ਼ਨਲ, ਤੇ 3 ਹੈਗਾ ਵਾਯੂ ਦੂਤ। ਇਹ ਤਿੰਨੇ ਹੀ ਯਾਦ ਕਰਨੀਆਂ। ਇੱਕ ਹੈਗੀ ਇੰਡੀਅਨ, ਦੁਬਾਰਾ ਫਿਰ ਦੇਖ ਲੈਂਦੇ ਆ, ਇੰਡੀਅਨ 에ਅਰਲਾਈਨਸ ਕਾਰਪੋਰੇਸ਼ਨ, ਦੂਸਰੀ ਹੈਗੀ ਆ 에ਅਰ ਇੰਡੀਆ ਇੰਟਰਨੈਸ਼ਨਲ, ਤੇ ਤੀਸਰੀ ਹੈਗੀ ਵਾਯੂ ਦੂਤ। ਠੀਕ ਹੈ ਜੀ। ਅਗਲਾ ਦੇਖੋ ਹੁਣ 134 ਪ੍ਰਸ਼ਨ, ਇੰਡੀਅਨ 에ਅਰਲਾਈਨਸ ਕਾਰਪੋਰੇਸ਼ਨ ਮਤਲਬ ਜਿਹੜੀ ਪਹਿਲੀ ਵਾਲੀ ਹੈਗੀ ਸੀਗੀ ਕੰਪਨੀ, ਸਰਕਾਰੀ ਤੌਰ ਤੇ ਕਦੋਂ
ਏਅਰ ਇੰਡੀਆ ਇੰਟਰਨੈਸ਼ਨਲ ਦੇ ਨਾਲ ਇੱਕ ਹੋ ਗਿਆ। ਹੁਣ ਦੇਖੋ ਮੈਂ ਆ ਤਾਂ ਹੀ ਉੱਪਰਲਾ ਜੇ ਸਟਰਕਚਰ ਜਿਹੜਾ ਆ ਬਣਾਇਆ ਡਾਇਗਰਾਮ ਜਿਹਾ, ਇਹਨੂੰ ਮੈਂ ਲੁਕੋ ਨਹੀਂ ਰਹੀ। ਦੇਖੋ ਕੀ ਕਰਨਾ ਆ, ਆਪਾਂ ਦੇਖਣਾ ਆ, ਦੇਖੋ ਕਿ ਜਿਹੜੀ ਆ ਇੰਡੀਅਨ 에ਅਰਲਾਈਨ ਕਾਰਪੋਰੇਸ਼ਨ ਆ, ਇਹ ਕਦੋਂ ਏਅਰ ਇੰਡੀਆ ਇੰਟਰਨੈਸ਼ਨਲ ਨਾਲ ਇੱਕ ਹੋ ਗਿਆ ਸੀ। ਕਦੋਂ ਹੋਇਆ ਸੀ ਜੀ? 27 ਫਰਵਰੀ 2011 ਵਿੱਚ। ਠੀਕ ਹੈ ਜੀ, 27 ਫਰਵਰੀ 2011 ਵਿੱਚ, ਯਾਦ ਰੱਖਣਾ। ਠੀਕ ਹੈ। 135 ਪ੍ਰਸ਼ਨ ਕੀ ਹੈ? ਕਦੋਂ ਤੋਂ ਵਾਯੂਦੂਤ ਦੀਆਂ ਉਡਾਨਾਂ, ਵਾਯੂਦੂਤ ਆਪਾਂ ਕਰਕੇ ਹਟੇ ਨਾ ਤੀਸਰਾ ਨੰਬਰ, ਦੀਆਂ ਉਡਾਨ ਪ੍ਰਕਿਰਿਆ ਇੰਡੀਅਨ 에ਅਰਲਾਈਨਸ ਨੂੰ ਸੌਂਪ ਦਿੱਤੀਆਂ ਗਈਆਂ। ਇਹਨੇ ਵੀ ਹੁਣ ਇੰਡੀਅਨ 에ਅਰਲਾਈਨਸ ਨੂੰ ਸੌਂਪ ਦਿੱਤੀਆਂ। ਕਦੋਂ ਸੌਂਪੀਆਂ? ਦੇਖੋ ਆਪਸ਼ਨ ਏ ਹੈ 1 ਅਪ੍ਰੈਲ 1997, ਆਪਸ਼ਨ ਬੀ 1 ਅਪ੍ਰੈਲ 1998, ਆਪਸ਼ਨ ਸੀ ਹੈ 1 ਅਪ੍ਰੈਲ 1999 ਤੇ ਆਪਸ਼ਨ ਡੀ ਹੈ 1 ਅਪ੍ਰੈਲ 2000। ਠੀਕ ਹੈ ਨਾ, ਤੇ ਇਹਦਾ ਕਰੈਕਟ ਆਪਸ਼ਨ ਹੈ ਜੀ 1 ਅਪ੍ਰੈਲ 1997। ਠੀਕ ਹੈ ਨਾ, ਹੁਣ ਦੇਖ ਲੈਣਾ। ਤੇ ਇਹਦੇ ਤੋਂ ਬਾਅਦ ਵਾਯੂਦੂਤ ਨੇ ਕੀ ਕੀਤਾ ਸੀ? ਇਹ ਵੀ ਏਅਰ ਇੰਡੀਆ ਦੇ ਨਾਲ ਮਿਲ ਗਿਆ ਸੀ। ਇੱਕ ਵਾਰੀ ਦੁਬਾਰਾ ਝਾਤੀ ਮਾਰ ਲਓ, ਦੋਨੋਂ ਕੁਐਸਚਨ ਜਿਹੜੇ ਇੱਥੇ ਹੀ ਤੁਹਾਨੂੰ ਕਲੀਅਰ ਹੋ ਜਾਣੇ ਆ, ਧਿਆਨ ਨਾਲ ਦੇਖ ਲਓ ਮਾੜਾ ਜਿਹਾ। ਦੇਖੋ ਆਹ 3 ਹੈ ਕੰਪਨੀਜ਼। ਠੀਕ ਹੈ ਨਾ, ਧਿਆਨ ਨਾਲ ਦੇਖੋ। ਇੰਡੀਅਨ 에ਅਰਲਾਈਨਸ ਕਾਰਪੋਰੇਸ਼ਨ ਵੀ ਇਹਦੇ ਨਾਲ ਮਿਲ ਗਿਆ, ਏਅਰ ਇੰਡੀਅਨ ਇੰਟਰਨੈਸ਼ਨਲ ਨਾਲ, ਤੇ ਵਾਯੂਦੂਤ ਵੀ ਇਹਦੇ ਨਾਲ ਮਿਲ ਗਿਆ ਸੀਗਾ। ਹੁਣ ਕਦੋਂ ਮਿਲਿਆ ਸੀ? ਆਹ ਤਾਂ ਮਿਲਿਆ ਸੀ ਜਿਹੜਾ ਇੰਡੀਅਨ 에ਅਰਲਾਈਨ ਕਾਰਪੋਰੇਸ਼ਨ, ਇਹ ਤਾਂ ਮਿਲਿਆ ਸੀ ਜੀ 27 ਫਰਵਰੀ 2011 ਵਿੱਚ। ਆਪਾਂ ਥੱਲੇ ਕਰਕੇ ਨਾ ਕੁਐਸਚਨ, ਤੇ ਇਹ ਇਹਦੇ ਨਾਲ ਮਿਲ ਗਿਆ ਸੀ। ਤੇ ਫਿਰ ਵਾਯੂਦੂਤ ਨੇ ਵੀ ਆਪਣੀਆਂ ਉਡਾਨਾਂ ਜਿਹੜੀਆਂ ਸੀ ਇਹਨੂੰ ਸੌਂਪ ਦਿੱਤੀਆਂ ਸੀ ਏਅਰ ਇੰਡੀਆ ਇੰਟਰਨੈਸ਼ਨਲ ਨੂੰ। ਠੀਕ ਹੈ ਨਾ, ਇਹ 1 ਅਪ੍ਰੈਲ 1997 ਚ ਸੌਂਪ ਦਿੱਤੀਆਂ ਸੀ। ਤੇ ਇਸ ਤੋਂ ਬਾਅਦ ਇਹ ਆਪ ਵੀ ਕੀ ਸੀ, ਇਹ ਕੰਪਨੀ ਇਹਦੇ ਨਾਲ ਮਿਲ ਗਈ ਸੀ। ਇਹ ਯਾਦ ਰੱਖਣਾ ਸਾਰਾ ਕੁਝ। ਠੀਕ ਹੈ ਜੀ, ਮੈਂ ਫਿਰ ਇੱਕ ਵਾਰੀ ਤਾਂ ਉੱਪਰ ਜਾ ਕੇ ਸਮਝਾਇਆ ਤਾਂ ਕਿ ਆਪਾਂ ਨੂੰ ਸਮਝ ਰਵੇ, ਯਾਦ ਹੋਵੇ। ਠੀਕ ਹੈ ਜੀ। ਅਗਲਾ ਕੁਐਸਚਨ ਦੇਖੋ ਬਈ, ਕਦੋਂ ਤੋਂ ਹਵਾਈ ਜਹਾਜ਼ਾਂ ਵਿੱਚ ਨਿੱਜੀ ਕੰਪਨੀਆਂ ਵੀ ਜਿਹੜੀਆਂ ਸਥਾਪਿਤ ਕੀਤੀਆਂ? ਦੇਖੋ ਜਦੋਂ ਪਹਿਲਾ ਪਬਲਿਕ ਸੈਕਟਰ ਹੁੰਦਾ, ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰ ਰਿਹਾ ਹੁੰਦਾ, ਫਿਰ ਉਸ ਤੋਂ ਬਾਅਦ ਜਿਹੜਾ ਕਿਸੇ ਵੀ ਕੰਮ ਦੇ ਲਈ ਫਿਰ ਪਬਲਿਕ ਸੈਕਟਰ, ਫਿਰ ਪ੍ਰਾਈਵੇਟ ਸੈਕਟਰ ਵੀ ਆਪਣੀ ਭੂਮਿਕਾ ਬੜਾ ਨਿਭਾਉਂਦਾ ਆ। ਠੀਕ ਹੈ ਨਾ, ਪ੍ਰਾਈਵੇਟ ਸੈਕਟਰ ਦੇ ਵਿੱਚ ਹੁਣ ਦੇਖੋ ਹਵਾਈ ਯਾਤਾਯਾਤ ਜਿਹੜੀ ਏਅਰ ਟਰਾਂਸਪੋਰਟ ਹੈ, ਉਹਦੇ ਵਿੱਚ ਜਿਹੜੀਆਂ ਸਾਡੀ ਪ੍ਰਾਈਵੇਟ ਕੰਪਨੀ ਸੀ ਉਹ ਕਦੋਂ ਸਥਾਪਿਤ ਕੀਤੀਆਂ ਗਈਆਂ? ਕਦੋਂ ਤੋਂ? ਠੀਕ ਹੈ ਨਾ, ਕਦੋਂ ਤੋਂ ਮਤਲਬ ਕੀ ਆਏਗਾ ਇਹਦਾ ਆਨਸਰ? ਆਪਸ਼ਨ ਏ ਹੈ 1991 ਪਿੱਛੋਂ, ਆਪਸ਼ਨ ਬੀ ਹੈ 1992 ਪਿੱਛੋਂ, ਤੇ ਆਪਸ਼ਨ ਸੀ ਹੈ 1993 ਪਿੱਛੋਂ, ਆਪਸ਼ਨ ਡੀ ਹੈ 1994 ਪਿੱਛੋਂ। ਤੇ ਇਹਦਾ ਕਰੈਕਟ ਆਪਸ਼ਨ ਕੀ ਹੈ ਜੀ? 1992 ਪਿੱਛੋਂ। 1992 ਪਿੱਛੋਂ ਜਿਹੜੀ ਏਅਰ ਟਰਾਂਸਪੋਰਟ ਸੀਗੀ, ਉਹਦੇ ਵਿੱਚ ਜਿਹੜੀਆਂ ਪ੍ਰਾਈਵੇਟ ਕੰਪਨੀ ਸੀ ਉਹ ਸਥਾਪਿਤ ਹੋਣ ਲੱਗ ਪਈਆਂ ਸੀ। ਠੀਕ ਹੈ, ਚਲੋ ਜੀ ਅੱਗੇ। 137 ਪ੍ਰਸ਼ਨ, ਭਾਰਤ ਵਿੱਚ ਕਿੰਨੇ ਅੰਤਰਰਾਸ਼ਟਰੀ ਹਵਾਈ ਅੱਡੇ ਜਿਨ੍ਹਾਂ ਦਾ ਸੰਚਾਲਨ ਅੰਤਰਰਾਸ਼ਟਰੀ ਹਵਾਈ ਅੱਡਾ ਪ੍ਰਾਧਿਕਰਨ ਰਾਹੀਂ ਕੀਤਾ ਜਾਂਦਾ ਹੈ? ਕਿੰਨੇ ਆ ਜੀ ਇਹ ਹਵਾਈ ਅੱਡੇ? ਠੀਕ ਹੈ, ਇਹ ਹੈ ਜੀ 17। ਕਿੰਨੇ? 17। ਆਪਸ਼ਨ ਕਰੈਕਟ ਕੀ ਹੈ? 17। ਚਲੋ ਜੀ, ਠੀਕ ਹੈ ਜੀ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ, ਕਮੀਆਂ ਵੀ ਦੱਸ ਦੇਣਾ। ਮੈਂ ਪੂਰੀ ਕੋਸ਼ਿਸ਼ ਕੀਤੀ ਆ ਕਿ ਆਪਾਂ 10ਵੀਂ ਦੀ ਇੱਕ ਲਾਈਨ ਜਿਹੜੀ ਆ ਉਹਦੇ ਚੋਂ MCQ ਬਣਾ ਕੇ ਉਹਨੂੰ ਯਾਦ ਕਰੀਏ। ਠੀਕ ਹੈ ਨਾ, ਔਰ ਇੱਦਾਂ ਹੀ ਆਪਾਂ ਨੂੰ ਜਿਹੜੇ ਡਾਟਾ ਹੈਗਾ ਆ, ਇਕੋਨਮੀ ਦੇ ਵਿੱਚ ਡਾਟਾ ਬਹੁਤ ਜ਼ਿਆਦਾ ਹੁੰਦਾ ਆ। ਠੀਕ ਹੈ, ਕਿੰਨੇ ਅੰਕੜੇ ਹੋ ਗਏ, ਕਿੰਨੀ ਪਾਪੂਲੇਸ਼ਨ ਆ, ਕਿੰਨੇ % GDP ਜਾਂਦੀ ਪਈ ਆ, ਇਸ ਤਰ੍ਹਾਂ। ਠੀਕ ਹੈ ਨਾ, ਤਾਂ ਸੋ ਇਹਨੂੰ ਯਾਦ ਕਰਨ ਲਈ MCQ ਹੀ ਠੀਕ ਰਹਿੰਦੇ ਆ, ਅਤੇ ਇਹਦੇ ਨਾਲ ਹੀ ਆਪਾਂ ਅੰਡਰਸਟੂਡ ਵੀ ਹੋ ਜਾਂਦੇ ਹਾਂ। ਸੋ ਬਾਕੀ ਜਿਹੜੇ ਇਹਦੇ ਅਗਲੇ ਹਜੇ ਕਾਫੀ ਪਾਰਟ ਪਏ ਆ। ਠੀਕ ਹੈ, ਹਜੇ ਆਪਾਂ ਕਿੱਥੋਂ ਤੱਕ ਪੜ੍ਹਿਆ ਆ? ਸਿਰਫ ਏਅਰ ਟਰਾਂਸਪੋਰਟ ਤੱਕ ਪੜ੍ਹਿਆ, ਬਾਕੀ ਜਿਹੜੇ ਆਪਾਂ ਉਹ ਅਗਲੀ ਵੀਡੀਓ 'ਚ ਕਰਾਂਗੇ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਅਤੇ ਜੇ ਕੋਈ ਕਮੀ ਪੇਸ਼ੀ ਵੀ ਹੋਵੇ ਤਾਂ ਕਮੈਂਟ 'ਚ ਦੱਸ ਦਿਆ ਕਰੋ, ਕੋਈ ਗੱਲ ਨਹੀਂ। ਠੀਕ ਹੈ ਜੀ, ਸੁਧਾਰ ਕਰ ਲਵਾਂਗੇ ਆਪਾਂ। ਅਤੇ ਓਕੇ ਜੀ।